ਦੇਵ ਜੀਵਨ ਜਿਉਣਾ ਅਤੇ ਸਵਰਗੀ ਸੰਵੇਦਨਾਵਾਂ ਦਾ ਆਨੰਦ ਲੈਣਾ ਕਿਸੇ ਦੀ ਕਿਰਪਾ 'ਤੇ ਨਹੀਂ, ਸਿਰਫ ਆਪਣੇ ਦ੍ਰਿਸ਼ਟੀਕੋਣ ਨੂੰ ਸ਼ੁੱਧ ਕਰਨ 'ਤੇ ਨਿਰਭਰ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾਚਾਰਿਆ। ਪੁਸਤਕ ਦਾ ਨਾਮ ਅਸੀਮ ਸੰਭਾਵਨਾਵਾਂ ਦਾ ਖਜ਼ਾਨਾ ਮਾਨਵੀ ਸ਼ਖਸੀਅਤ। ਪੁਸਤਕ ਦੀ ਜਾਣਕਾਰੀ। ਮਨੁੱਖੀ ਜੀਵਨ ਦੈਵੀ ਸੱਤਾ ਦੀ ਬੇਸ਼ਕੀਮਤੀ ਅਮਾਨਤ ਹੈ। ਇਸ ਸੰਸਾਰ ਵਿੱਚ ਜੋ ਵੀ ਦੈਵੀ ਗੁਣ, ਅਲੌਕਿਕ ਤੱਤ, ਵਿਸ਼ੇਸ਼ ਸਿੱਧੀਆਂ ਹਨ, ਉਹਨਾਂ ਨੂੰ ਇਕੱਠਾ ਕਰਕੇ ਮਨੁੱਖ ਦੀ ਰਚਨਾ ਕੀਤੀ ਗਈ ਹੈ। ਮਾਨਵ ਜੀਵਨ ਦੀ ਰਚਨਾ ਕਰਕੇ ਪਰਮਾਤਮਾ ਨੇ ਜਿਵੇਂ ਆਪਣੀ ਕਲਾ ਦੀ ਸਮਾਪਤੀ ਕਰ ਦਿੱਤੀ ਹੋਵੇ। ਪਾਰ ਬ੍ਰਹਮ ਦੀ ਦੇਵੀ ਸ਼ਕਤੀਆਂ ਦਾ ਵੈਭਵ ਜੀਵ ਬ੍ਰਹਮ ਵਿੱਚ ਹੈ। ਇਸ ਲਈ ਉਸ ਦਾ ਵਾਰਿਸ ਮਾਨਵ ਵੀ ਆਪਣੇ ਸਿਰਜਣਹਾਰ ਦੀ ਵਿਸ਼ੇਸ਼ਤਾਵਾਂ ਤੋਂ ਸੰਪੂਰਨ ਹੈ। ਵਿਡੰਬਨਾ ਇਹ ਹੈ ਕਿ ਅੱਜ ਇਸ ਈਸ਼ਵਰ ਪੁੱਤਰ ਦਾ ਦੇਵਤਵ ਸੁੱਤੀ ਅਵਸਥਾ ਵਿੱਚ ਪਿਆ ਹੈ। ਜੇਕਰ ਇਸ ਦੇਵਤਵ ਨੂੰ ਉਭਾਰਿਆ ਜਾ ਸਕੇ, ਸਹੀ ਰਾਹ ਦਿਖਾਈ ਜਾ ਸਕੇ, ਤਾਂ ਇਸ ਵਿਅਕਤੀ ਰੂਪੀ ਸਮੂਹ ਵਿੱਚ ਇੰਨੀ ਸ਼ਕਤੀ ਭਰੀ ਹੋਈ ਹੈ ਕਿ ਆਤਮਬੋਧ ਦੇ ਪ੍ਰਕਾਸ਼ ਵਿੱਚ ਯੋਗਤਾ ਵਧਾਉਂਦੇ ਹੋਏ ਇਹ ਮਾਨਵੀ ਸ਼ਖਸੀਅਤ ਅਸੰਭਵ ਤੋਂ ਅਸੰਭਵ ਦਿਖਾਈ ਪੈਣ ਵਾਲੀ ਹਿੰਮਤ ਦਿਖਾ ਸਕਦੀ ਹੈ। ਸੰਸਾਰ ਦੇ ਸਾਰੇ ਪਦਾਰਥਾਂ ਉੱਤੇ ਸਾਡਾ ਅਧਿਕਾਰ ਹੋ ਸਕਦਾ ਹੈ, ਪਰ ਸਿਰਫ ਪ੍ਰਵਚਨ ਸੁਣਨ ਕਰਨ ਜਾਂ ਬੁੱਧੀ ਦੇ ਤਰਕ ਵਿਤਰਕ ਤੋਂ ਇਹ ਸੰਭਵ ਨਹੀਂ। ਸੰਕਲਪ ਸ਼ਕਤੀ ਦੇ ਨਾਲ ਕੀਤੇ ਗਏ ਯਤਨਾਂ ਤੋਂ ਹੀ ਸੰਭਵ ਹੋ ਸਕਦਾ ਹੈ। ਤੁਹਾਡੇ ਸਾਹਮਣੇ ਪੇਸ਼ ਹੈ ਇਹ ਪੁਸਤਕ, ਜਿਸ ਵਿੱਚ ਲੇਖਕ ਨੇ ਜੀਵਨ ਪੱਧਤੀ ਨੂੰ ਉੱਨਤ ਬਣਾਉਣ, ਆਪਣੇ ਦੇਵਤਵ ਨੂੰ ਜਾਗਰਿਤ ਕਰਨ ਨਾਲ ਅਤੇ ਜੀਵਨ ਮੁਕਤ ਸਤਰ ਦੀ ਸ਼੍ਰੇਸ਼ਠਤਾ ਪ੍ਰਾਪਤ ਕਰਕੇ ਈਸ਼ਵਰ ਦਾ ਸੱਚਾ ਵਾਰਿਸ ਬਣਨ ਦਾ ਮਾਰਗ ਦੱਸਿਆ, ਜਿਸ ਨੂੰ ਧਾਰਨ ਕਰਕੇ ਅਸੀਂ ਆਪਣਾ ਜੀਵਨ ਸਫਲ ਬਣਾ ਸਕਦੇ ਹਾਂ। ਪੁਸਤਕ ਦੇ ਕੁਝ ਅੰਸ਼। ਤੁਹਾਡੀ ਸ਼ਕਤੀ ਦੀ ਕੋਈ ਸੀਮਾ ਨਹੀਂ। ਜਿਨ੍ਹਾਂ ਸਾਧਨਾਂ ਤੋਂ ਸੰਪੰਨ ਤੁਹਾਨੂੰ ਧਰਤੀ 'ਤੇ ਭੇਜਿਆ ਗਿਆ ਹੈ, ਉਹ ਅਟਲ ਹਨ। ਤੁਸੀਂ ਈਸ਼ਵਰ ਦੇ ਪੁੱਤਰ ਹੋ। ਈਸ਼ਵਰ ਨੂੰ ਆਪਣੇ ਵਿੱਚ ਪ੍ਰਗਟ ਹੋਣ ਦਿਓ। ਸ਼੍ਰੇਸ਼ਠ ਸ਼ਖਸੀਅਤ ਉਹਨੂੰ ਕਹਿੰਦੇ ਹਨ ਜਿਸ ਵਿੱਚ ਮਨੁੱਖ ਦੀਆਂ ਸਾਰੀਆਂ ਅੰਦਰੂਨੀ ਸ਼ਕਤੀਆਂ ਦਾ ਸਰਵਪੱਖੀ ਵਿਕਾਸ ਹੋ ਗਿਆ ਹੋਵੇ। ਇਹ ਸਪਸ਼ਟ ਹੈ ਕਿ ਇਹਨਾਂ ਸ਼ਕਤੀਆਂ ਦੇ ਵਿਕਾਸ ਵਿੱਚ ਮਨੁੱਖੀ ਸ਼ਕਤੀ, ਇੱਛਾ ਅਤੇ ਸਮੂਹਿਕ ਚੇਤਨਾ ਦਾ ਪੂਰਨ ਪ੍ਰਗਟਾਵਾ ਜ਼ਰੂਰੀ ਹੈ। ਦੋਹਾਂ ਦੇ ਤਾਲਮੇਲ ਤੋਂ ਬਣੀ ਸ਼ਖਸੀਅਤ ਹੀ ਸ਼੍ਰੇਸ਼ਠ ਕਹੀ ਜਾਂਦੀ ਹੈ। ਯੋਗਤਾ ਅਤੇ ਤੀਬਰਤਾ ਨੂੰ ਵਧਾਉਣਾ ਹੀ ਯੋਗ ਅਤੇ ਤਪ ਸਾਧਨਾ ਦਾ ਮੂਲ ਉਦੇਸ਼ ਹੈ। ਦੈਵੀ ਸੰਪਦਾ ਨਾਲ ਜੁੜੀ ਆਤਮ ਬੁੱਧੀ ਆਪਣੀ ਅੰਦਰੂਨੀ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿੰਦੀ। ਉਹ ਸਮਝਦਾ ਹੈ ਕਿ ਇਹ ਸਮੱਸਿਆਵਾਂ ਸਾਧਕ ਦੀ ਆਤਮ ਸ਼ਕਤੀ, ਦ੍ਰਿੜ ਵਿਸ਼ਵਾਸ ਦੀ ਪ੍ਰੀਖਿਆ ਲੈਣ ਲਈ ਬਣੀ ਹੈ। ਜੀਵਨ ਦਾ ਆਨੰਦ ਲੈਣਾ ਇੱਕ ਕਲਾ ਹੈ। ਆਪਣੀ ਇੱਛਾ ਅਤੇ ਯੋਗਤਾ ਦੇ ਅਨੁਸਾਰ ਕੰਮ ਲੱਭੋ ਅਤੇ ਉਸ ਨੂੰ ਪੂਰੇ ਮਨੋਯੋਗ ਤੋਂ ਪੂਰਨ ਕਰੋ। ਹਾਲਾਤ ਉਹੀ ਰਹਿਣਗੇ। ਉਹਨਾਂ ਦੇ ਅਨੁਕੂਲ ਜਾਂ ਬਦਲਣ ਦੀ ਜ਼ਿਆਦਾ ਉਡੀਕ ਨਾ ਕਰੀਏ। ਜੀਵਨ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ 6 ਸੁਨਹਿਰੇ ਸੂਤਰਾਂ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰੀਏ। ਜੀਵਨ ਦਾ ਉਦੇਸ਼ ਨਿਰਧਾਰਿਤ ਕਰੀਏ। ਧੀਰਜ ਰੱਖੀਏ। ਭਵਿੱਖ ਦੀਆਂ ਚਿੰਤਾਵਾਂ ਨੂੰ ਦੂਰ ਕਰੀਏ। ਬੀਤੀ ਗੱਲਾਂ ਨੂੰ ਭੁਲਾ ਦਿਓ। ਸ਼ਾਨਦਾਰ ਪੱਖ ਨੂੰ ਹੀ ਦੇਖੀਏ। ਆਪਣੇ ਦਿਮਾਗ ਅਤੇ ਸ਼ਕਤੀਆਂ ਨੂੰ ਉੱਚ ਅਤੇ ਮਹੱਤਵਪੂਰਨ ਕੰਮਾਂ ਵਿੱਚ ਲਗਾਈਏ। ਮੈਂ ਕੀ ਹਾਂ? ਮੇਰੀ ਸ਼ਕਤੀ ਕੀ ਹੈ? ਮੇਰਾ ਫਰਜ਼ ਕੀ ਹੈ? ਇਸ ਵਿਚਾਰ ਵਟਾਂਦਰੇ ਦਾ ਨਤੀਜਾ ਹੈ ਆਤਮਬੋਧ। ਜੀਵ ਅਸਲ ਵਿੱਚ ਈਸ਼ਵਰ ਹੈ। ਮਨੁੱਖ ਸਰੀਰ ਵਿੱਚ ਰਹਿੰਦਾ ਹੈ, ਪਰ ਉਹ ਸਰੀਰ ਨਹੀਂ ਹੈ। ਇਸ ਭਿੰਨ ਸੱਤਾ ਨੂੰ ਹੀ ਆਤਮਾ ਕਹਿੰਦੇ ਹਾਂ। ਸ਼ੁੱਧ ਆਤਮਾ ਹੀ ਪਰਮਾਤਮਾ ਹੈ। ਜੋ ਬੁੱਧੀਮਾਨ ਮਨੁੱਖ ਸਾਰੀ ਸ੍ਰਿਸ਼ਟੀ ਨੂੰ ਹੈਰਾਨ ਕਰ ਰਿਹਾ ਹੈ, ਵਿਗਿਆਨ ਦੀ ਉੱਨਤੀ ਅਤੇ ਵਿਕਾਸ ਕਰਕੇ ਵਿਸ਼ਵ ਨੂੰ ਸੁੰਦਰ, ਸ਼ੋਭਾਇਮਾਨ ਬਣਾ ਰਿਹਾ ਹੈ, ਜੇਕਰ ਉਹ ਅਜਿਹਾ ਨਾ ਕਰੇ, ਨਾ ਸੋਚਣਯੋਗ ਸੋਚੋ, ਤਾਂ ਇਸ ਦਾ ਅਸਰ ਪਤਨ ਹੀ ਹੋਵੇਗਾ। ਇਹ ਭੁੱਲ ਨੂੰ ਜਿੰਨੀ ਜਲਦੀ ਖੋਜੀਏ ਅਤੇ ਸੁਧਾਰੀਏ, ਓਨਾ ਹੀ ਸਾਡਾ ਸਭ ਦਾ ਭਲਾ ਹੋਵੇਗਾ। ਜੀਵਨ ਵਿੱਚ ਅਸ਼ੁੱਧ ਤੱਤਾਂ ਨੂੰ ਦੂਰ ਕਰ ਦੇਣ 'ਤੇ ਸ਼ੁੱਧ ਤੱਤ ਆਪਣੇ ਆਪ ਹੀ ਪ੍ਰਗਟ ਹੋ ਜਾਂਦੇ ਹਨ। ਕ੍ਰੋਧ, ਲੋਭ, ਹੰਕਾਰ, ਮੋਹ, ਮੈਂ, ਮੇਰਾ ਦਾ ਤਿਆਗ ਹੋਣ 'ਤੇ ਪ੍ਰੇਮ, ਦਇਆ, ਸ਼ਰਧਾ, ਤਿਤਿਕਸ਼ਾ ਆਦਿ ਅਸਲ ਤੱਤ ਉਭਰਨੇ ਸ਼ੁਰੂ ਹੋ ਜਾਂਦੇ ਹਨ। ਇਹ ਸੋਚਣਾ ਗਲਤ ਹੈ ਕਿ ਅਧਿਆਤਮਿਕ 'ਤੇ ਚੱਲਣ ਵਾਲਾ ਦੁਨਿਆਵੀ ਸੁੱਖ ਸਹੂਲਤਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ। ਅਸਲ ਵਿੱਚ ਅਧਿਆਤਮਿਕ ਵਿਅਕਤੀ ਜ਼ਿਆਦਾ ਬਲਵਾਨ, ਸ਼ਕਤੀਸ਼ਾਲੀ ਅਤੇ ਖੁਸ਼ਹਾਲ ਹੁੰਦਾ ਹੈ। ਪੁਸਤਕ ਦੇ ਕੁਝ ਬਿੰਦੂ। ਮਨੁੱਖ ਇੱਕ ਭਟਕਿਆ ਹੋਇਆ ਦੇਵਤਾ। ਤੁਸੀਂ ਸਰਵ ਸ਼ਕਤੀਮਾਨ ਹੋ। ਮੈਂ ਕੀ ਹਾਂ? ਅਪੂਰਨਤਾ ਤੋਂ ਸੰਪੂਰਨਤਾ ਵੱਲ। ਪ੍ਰਧਾਨਤਾ ਆਤਮਾ ਨੂੰ ਦਿਓ, ਮਨ ਨੂੰ ਨਹੀਂ। ਸਫਲਤਾ ਦੇ 3 ਸਾਧਨ। ਆਪਣਾ ਕਲਿਆਣ ਆਪ ਕਰੋ। ਜੀਵਨ ਸ਼੍ਰੇਸ਼ਠ ਅਤੇ ਸਾਰਥਕ ਕਿਵੇਂ ਬਣੇ? ਜੀਵਨ ਦਾ ਉਦੇਸ਼, ਸਰੂਪ ਅਤੇ ਉਪਯੋਗ। ਮਨ ਦੇ ਹਾਰੇ ਹਾਰ ਹੈ, ਮਨ ਦੇ ਜਿੱਤੇ ਜਿੱਤ।